Good morning, everyone. I am Shilpa Bansal from Government High School, Guru Nanakpura, 10th class. This is your second chapter, Where is Science Taking Us, from your book, English course book. So let's start. If the aim of science is the conquest of man's environment, what should be the ultimate aim? Take out your pencils, all of you, and concentrate on your books. ਕਹਿੰਦੇ ਕਿ ਅਗਰ ਸਾਇੰਸ ਦਾ ਏਮ ਸਾਡੇ ਇਨਸਾਨ ਦੇ ਕੁਦਰਤ ਨੂੰ ਹੀ ਜਿੱਤ ਪਾਣਾ ਹੈ ਤਾਂ ਇਹਦਾ ਅਲਟੀਮੇਟ ਏਮ ਕੀ ਹੋਵੇਗਾ, ਇਹਦਾ ਅਲਟੀਮੇਟ ਗੋਲ ਕੀ ਹੋਵੇਗਾ? When man first began to think, he asked himself the deepest of all questions, a question which you have undoubtedly asked yourself many times. ਮਤਲਬ ਕਹਿੰਦੇ ਜਦੋਂ ਆਪਾਂ ਸੋਚਣ ਲੱਗਦੇ ਹਾਂ ਆਪਣੇ ਦਿਮਾਗ ਦੇ ਵਿੱਚ ਕਈ ਸਾਰੇ ਪ੍ਰਸ਼ਨ ਆਉਂਦੇ ਹੈ। ਕਈ ਵਾਰ ਆਪਾਂ ਉਹ ਕੁਐਸਚਨ ਸੋਚਦੇ ਹਾਂ ਕਿ ਧਰਤੀ ਕਿਵੇਂ ਬਣੀ, ਇਹ ਜ਼ਿੰਦਗੀ ਕਿਉਂ ਹੈ, ਕਿਵੇਂ ਚੱਲ ਰਹੀ ਹੈ, ਕੀ ਹੋਊਗਾ, ਜੇ ਕੰਮ ਕਰੀਏ ਤਾਂ ਕੀ ਫਰਕ ਪੈਂਦਾ ਹੈ, ਚਿੰਤਾ ਦਾ ਕਿਉਂ ਕਰਨੀ ਚਾਹੀਦੀ ਹੈ, ਉਹਦੇ ਕੀ ਨੁਕਸਾਨ ਹਨ, ਮਤਲਬ ਇਹ ਧਰਤੀ ਕਿਵੇਂ ਬਣੀ। ਠੀਕ ਹੈ, ਇਹ ਸਾਰੀ ਚੀਜ਼ਾਂ ਆਪਾਂ ਜੇ ਸੋਚਣ ਲੱਗਦੇ ਹਾਂ ਤਾਂ ਆਪਣੇ ਦਿਮਾਗ 'ਚ ਆਉਂਦੀਆਂ ਕਿ ਇਹ ਸਭ ਕੁਝ ਕਿਉਂ ਹੋਇਆ। ਦੇਖੋ, what is the meaning of life, what is it all about, where are we all going, what drives men ever forward to work and worry. And now there is an other big question, a newer question, which is beginning to force itself into our notice. ਹੁਣ ਇੱਕ ਨਵਾਂ ਕੁਐਸਚਨ ਸਾਡੇ ਸਾਹਮਣੇ ਆ ਗਿਆ ਜਿਹਨੇ ਆਪਣੇ ਆਪ ਨੂੰ ਅੱਗੇ ਲਿਆਂਦਾ, ਜਿਹਦੇ ਵਿੱਚ ਇਹ ਦੱਸਿਆ ਜਾਊਗਾ ਕਿ ਸਾਇੰਸ ਸਾਨੂੰ ਕਿੱਥੇ ਲੈ ਕੇ ਜਾ ਰਹੀ ਹੈ। ਕੁਦਰਤ ਤਾਂ ਜੋ ਕਰ ਹੀ ਰਹੀ ਹੈ, ਪਰ ਸਾਇੰਸ ਕੁਦਰਤ ਦੇ ਵਿੱਚ ਇੰਨਾ ਵਿਸ਼ਵਾਸ ਨਹੀਂ ਕਰਦੀ, ਉਹ ਫੈਕਟਸ ਦੇ ਵਿੱਚ ਵਿਸ਼ਵਾਸ ਕਰਦੀ ਹੈ। ਤਾਂ ਇਸ ਚੈਪਟਰ 'ਚ ਆਪਾਂ ਪੜ੍ਹਾਂਗੇ ਕਿ ਸਾਨੂੰ ਵਿਗਿਆਨ ਕਿੱਥੇ ਲੈ ਕੇ ਜਾ ਰਿਹਾ ਹੈ। ਅਨਡਾਊਟਡਲੀ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਸਾਇੰਸ ਸਿਰਫ ਉਹਨਾਂ ਗੱਲਾਂ ਦੇ ਬਾਰੇ ਮੰਨਦੀ ਹੈ ਜੋ ਸਾਨੂੰ ਦਿਖਦੀਆਂ, ਜੋ ਅਸੀਂ ਪ੍ਰੂਵ ਕਰ ਸਕਦੇ ਹਾਂ, ਪਰ ਸਾਇੰਸ ਫੀਲਿੰਗਸ ਨੂੰ ਨਹੀਂ ਮੰਨਦੀ, ਸਾਇੰਸ ਮੋਰਲ ਵੈਲਿਊਜ਼ ਨੂੰ ਨਹੀਂ ਮੰਨਦੀ। ਉਹ ਚੀਜ਼ਾਂ ਜਿਹੜੀਆਂ ਆਪਣੇ ਟ੍ਰੈਡੀਸ਼ਨਸ ਦੇ ਵਿੱਚ ਜਿਹੜੇ ਆਪਣੇ ਪੂਰਵਜ ਸਿਖਾਉਂਦੇ ਹੈ, ਜਿਹੜੇ ਆਪਣੀ ਆਪਾਂ ਕਹਿ ਦਿੰਦੇ ਹਾਂ ਨੈਤਿਕ ਕਦਰਾਂ ਕੀਮਤਾਂ ਹਨ, ਸਾਇੰਸ ਉਸ ਨੂੰ ਨਹੀਂ ਸਿਖਾਉਂਦੀ। ਕਹਿੰਦੇ one that is not ages old, that has not been with us since man first began to think, it is where is science taking us। ਮਤਲਬ ਇਹ ਕੁਐਸਚਨ ਹੈ ਜਿਹੜਾ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ। ਫਰਸਟ, where is science taking us with regard to ethical and spiritual values। ਦੇਖੋ ਇਹ ਗੱਲ ਜਿਹੜੀ ਮੈਂ ਤੁਹਾਨੂੰ ਹੁਣੇ ਸਮਝਾਈ ਹੈ ਕਿ ਸਾਇੰਸ ਟੈਕਨੋਲੋਜੀ ਸਾਨੂੰ ਸਾਰਾ ਕੁਝ ਦੇ ਦਿੰਦੀ ਹੈ, ਮਸ਼ੀਨਾਂ ਦੇ ਦਿੰਦੀ ਹੈ। ਅਸੀਂ ਕੱਪੜੇ ਧੋਣ ਲਈ ਮਸ਼ੀਨ ਖਰੀਦ ਰਹੇ ਹਾਂ, ਪ੍ਰੈਸ ਕਰਨ ਲਈ ਮਸ਼ੀਨ ਹੈ, ਖਾਣਾ ਬਣਾਉਣ ਲਈ ਵੀ ਮਸ਼ੀਨਸ ਹੈਗੀਆਂ, ਮਿਕਸਰ ਹੈ, ਜੂਸਰ ਹੈ, ਹਰ ਇੱਕ ਚੀਜ਼ ਹੈ। ਪਰ ਇਹ ਕੀ ਚੀਜ਼ਾਂ ਹੈ? ਮਟੀਰੀਅਲ ਚੀਜ਼ਾਂ। ਇਹ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਦੁਨਿਆਵੀ ਚੀਜ਼ਾਂ ਜਿਹੜੀਆਂ ਸਾਡੇ ਕੰਮ ਸੌਖੇ ਕਰ ਰਹੀਆਂ, ਪਰ ਕੀ ਸਾਇੰਸ ਸਾਨੂੰ ਦਇਆ ਕਰਨੀ ਸਿਖਾਉਂਦੀ ਹੈ? ਕੀ ਸਾਇੰਸ ਸਾਨੂੰ ਦੂਜੇ ਨਾਲ ਪਿਆਰ ਕਰਨਾ ਸਿਖਾਉਂਦੀ ਹੈ? ਨਹੀਂ, ਬਿਲਕੁਲ ਵੀ ਨਹੀਂ। ਮਤਲਬ ਸਾਇੰਸ ਹੈਜ਼ ਨਥਿੰਗ ਟੂ ਡੂ ਵਿਦ ਦ ਨਾਨ ਮਟੀਰੀਅਲ ਥਿੰਗਸ। ਸਾਇੰਸ ਨੂੰ ਨਾਨ ਮਟੀਰੀਅਲ ਚੀਜ਼ਾਂ ਤੋਂ ਕੋਈ ਲੈਣਾ ਦੇਣਾ ਨਹੀਂ। ਇਫ ਦ ਆਂਸਰ ਵਰ ਨਥਿੰਗ ਐਟ ਆਲ, ਥਰਡ ਲਾਈਨ 'ਚ ਦੇਖੋ, ਦੈਟ ਵੁੱਡ ਬੀ ਬੈਡ ਇਨਫ। ਫਿਰ ਤਾਂ ਇਹ ਬਹੁਤ ਮਾੜੀ ਗੱਲ ਹੈ, ਪਰ ਐਕਚੁਅਲ ਆਂਸਰ ਹੈ ਲੈਸ ਦੈਨ ਨਥਿੰਗ। ਪਰ ਲੈਸ ਦੈਨ ਨਥਿੰਗ ਦਾ ਮਤਲਬ ਹੈ ਥੋੜ੍ਹਾ ਬਹੁਤਾ ਕਰ ਰਹੀ ਹੈ। ਕਿਵੇਂ? ਹੇਅਰ ਸਾਇੰਸ ਇਜ਼ ਐਕਚੁਅਲੀ ਡੂਇੰਗ ਲੈਸ ਦੈਨ ਨਥਿੰਗ। Its material teachings have been so overemphasized that many people are floundering and wondering whether, after all, man is but a machine animated by forces over which he has no control। ਕਹਿੰਦੇ ਇਨਸਾਨ ਦੇ ਉੱਤੇ ਅੱਜ ਮਸ਼ੀਨਾਂ ਇੰਨੀਆਂ ਜ਼ਿਆਦਾ ਹਾਵੀ ਕਰ ਚੁੱਕੀਆਂ ਕਿ ਇਨਸਾਨ ਵੀ ਇਹ ਚੀਜ਼ ਸੋਚਦਾ ਹੈ ਕਿ ਹਰੇਕ ਕੰਮ ਆਪਾਂ ਮਸ਼ੀਨਾਂ ਦੇ ਨਾਲ ਕਰ ਸਕਦੇ ਹਾਂ, ਉਹਨਾਂ 'ਤੇ ਕੋਈ ਕੰਟਰੋਲ ਨਹੀਂ। ਮਤਲਬ ਉਹਨੂੰ ਕੰਟਰੋਲ ਕਰਨ ਲਈ ਵੀ ਇੱਕ ਪਰਸਨ ਦੀ ਲੋੜ ਪੈਂਦੀ ਹੈ। ਕਹਿੰਦੇ ਲੈਟਸ ਕੌਨਸਨਟਰੇਟ ਔਨ ਮਟੀਰੀਅਲ ਥਿੰਗਸ, ਦ ਥਿੰਗਸ ਦੈਟ ਫਾਰਮ ਦ ਵੈਰੀ ਸਟਰੋਂਗ ਹੋਲਡ ਆਫ ਸਾਇੰਸ। ਲੁੱਕ ਐਟ ਦ ਮਸ਼ੀਨ ਫॉर ਇੰਸਟੈਂਸ। ਕਹਿੰਦੇ ਚਲੋ ਆਪਾਂ ਇੱਕ ਵਾਰ ਮਟੀਰੀਅਲ ਚੀਜ਼ਾਂ ਬਾਰੇ ਗੱਲ ਕਰਦੇ ਹਾਂ। ਦੇਖੋ ਇਹ ਮਸ਼ੀਨ ਦੀ ਏਜ ਹੈ, ਮਸ਼ੀਨਸ ਸਾਰੇ ਪਾਸੇ ਹੈ। ਕੁਐਸਚਨ ਵੀ ਆਊਗਾ, ਤੁਹਾਨੂੰ ਲਾਈਨ ਟਿਕ ਕਰ ਲਿਓ। ਇਨ ਦ ਫੀਲਡਸ, ਇਨ ਦ ਫੈਕਟਰੀ, ਇਨ ਦ ਹੋਮ, ਸਟਰੀਟ, ਸਿਟੀ, ਕੰਟਰੀ, ਐਵਰੀਵੇਅਰ। ਜੇ ਅਸੀਂ ਉੱਡਣਾ ਸਾਨੂੰ ਜ਼ਰੂਰੀ ਨਹੀਂ ਪਕਸ਼ੀ ਹੋਈਏ, ਅਸੀਂ ਉੱਡ ਸਕਦੇ ਹਾਂ, ਕਲਾਈੰਬਿੰਗ ਕਰ ਸਕਦੇ ਹਾਂ, ਪੈਰਾਸ਼ੂਟ ਦੇ ਨਾਲ ਉੱਡ ਸਕਦੇ ਹਾਂ। ਸਵਿਮ ਕਰਨਾ ਹੈ, ਕੋਈ ਜ਼ਰੂਰੀ ਨਹੀਂ ਸਾਡੇ ਕੋਲ ਜਿਵੇਂ ਫਿਸ਼ ਕੋਲ ਗਿਲਸ ਹੁੰਦੀਆਂ ਆਪਣੇ ਕੋਲ ਗਿਲਸ ਹੋਣ, ਆਪਣੇ ਕੋਲ ਮਸ਼ੀਨਸ ਹੈ। ਜੇ ਅਸੀਂ to kill our fellow men in overwhelming numbers,
मतलब जे मारना है किसी नूं कट्ठे मारना है तां भी मशीन्स है। पेट्रोल मशीन्स अलोन प्रोवाइड 10 टाइम्स मोर पावर दैन ऑल ह्यूमन बींग्स इन द वर्ल्ड। पेट्रोल मशीन्स एक ਇਹੋ ਜਿਹੀਆਂ ਜਿਹੜੀਆਂ 10 ਗੁਣਾ ਪਾਵਰ ਦਿੰਦੀਆਂ ਸਾਰੇ ਹਿਊਮਨ ਜਿੱਥੇ ਕੰਮ ਕਰ ਰਹੇ ਹੈ। ਇੱਕ ਐਗਜ਼ਾਮਪਲ ਦੇ ਰਹੀ ਹਾਂ ਮੈਂ ਤੁਹਾਨੂੰ, ਮੰਨ ਲਓ ਇੱਕ ਸੂਟ ਸਟਿਚ ਕਰਨਾ ਹੀ, ਜੇ ਉਹਨੂੰ ਆਪਾਂ ਹੱਥ ਦੇ ਨਾਲ ਕਰਨ ਲੱਗੀ, ਉਹਦੇ 'ਤੇ ਕਢਾਈ ਕਰਨ ਲੱਗੀ, ਉਹ ਜ਼ਿਆਦਾ ਟਾਈਮ ਲਾਊਗੀ। ਉਹੀ ਆਪਾਂ ਮਸ਼ੀਨ ਦੇ ਨਾਲ ਕਰੀਏ ਉਹ ਘੰਟਿਆਂ ਦੇ ਵਿੱਚ ਹੀ ਕੰਮ ਹੋ ਜਾਂਦਾ ਹੈ। ਕਹਿਣਾ ਵੀ ਇਹੀ ਚਾਹੁੰਦੇ ਹੈ ਕਿ ਜੋ ਆਪਾਂ ਮਸ਼ੀਨਰੀ ਦੇ ਨਾਲ ਕਰਦੇ ਹਾਂ ਉਹਦੀ ਆਊਟਪੁੱਟ ਵੀ ਜ਼ਿਆਦਾ ਆਉਂਦੀ ਹੈ, ਉਤਪਾਦਨ ਵੀ ਜ਼ਿਆਦਾ ਹੁੰਦਾ ਹੈ ਉਸ ਕੰਮ ਨਾਲੋਂ ਜਿਹੜਾ ਹੱਥੀਂ ਕੀਤਾ ਜਾਂਦਾ ਹੈ। In the busiest countries, each individual has 600 human slaves in his machines. ਜਿਹੜੇ ਦੇਸ਼ ਬਹੁਤ ਜ਼ਿਆਦਾ ਬਿਜ਼ੀ ਹੈ, ਬਹੁਤ ਕੰਮ ਕਰ ਰਹੇ ਹੈ, ਉੱਥੇ ਮਸ਼ੀਨ ਕੰਮ ਕਰ ਰਹੀ ਹੈ, ਉਹਦੇ ਉੱਤੇ ਇੱਕ ਬੰਦਾ ਖੜਾ ਹੈ। ਮਤਲਬ ਅੱਜ ਇਨਸਾਨ ਹੈ ਜੋ ਉਹ ਸਲੇਵ ਬਣ ਚੁੱਕਿਆ ਮਸ਼ੀਨ ਦਾ। ਇੱਥੇ ਲਿਖਿਆ ਈਚ ਇੰਡੀਵਿਜੂਅਲ, ਮਤਲਬ ਹਰੇਕ ਪਰਸਨ 600 ਕਰੀਬ ਸਲੇਵਸ ਤੋਂ ਮਤਲਬ ਹੁੰਦਾ ਹੈ ਕਿ ਨੌਕਰ ਬਣ ਜਾਣਾ। ਅੱਜ ਮਸ਼ੀਨ ਦੇ ਆਪਾਂ ਨੌਕਰ ਬਣ ਚੁੱਕੇ ਹਾਂ, ਮਸ਼ੀਨ ਦੇ ਆਦੀ ਇੰਨੇ ਜ਼ਿਆਦਾ ਹੋ ਚੁੱਕੇ ਹੈ, ਕੱਪੜੇ ਧੋਣ ਦਾ ਜੀ ਨਹੀਂ ਕਰਦਾ ਜੇ ਮਸ਼ੀਨ ਨਾ ਹੋਵੇ। ਐਗਜ਼ਾਮਪਲ ਹੈ ਇਹ, ਠੀਕ ਹੈ। ਕੋਈ ਵੀ ਜਿਹੜੀ ਚੀਜ਼ ਦੇ ਆਪਾਂ ਆਦੀ ਹੋ ਜਾਂਦੇ ਹਾਂ ਉਹ ਚੀਜ਼ ਕੀਤੀ ਨਹੀਂ ਜਾ ਸਕਦੀ। ਸਬਜ਼ੀ ਬਣਾਉਣੀ ਹੈ, ਮਿਕਸਰ ਤੋਂ ਬਗੈਰ ਗ੍ਰੇਵੀ ਨਹੀਂ ਬਣਦੀ। ਪਹਿਲਾਂ ਕੀ ਕਰਦੇ ਸੀ, ਕੱਦੂਕਸ ਵੀ ਕੀਤਾ ਜਾ ਸਕਦਾ ਸੀ, ਪੀਸਿਆ ਵੀ ਜਾ ਸਕਦਾ ਸੀ, ਠੀਕ ਹੈ। ਜਿਵੇਂ ਜਿਵੇਂ ਆਪਾਂ ਟੈਕਨੋਲੋਜੀ ਵੱਧਦੀ ਜਾ ਰਹੀ ਹੈ ਆਪਣੇ ਟੈਕਨੀਕਸ ਵੀ ਬਦਲਦੀਆਂ ਜਾ ਰਹੀਆਂ। ਕਹਿੰਦੇ ਵਟ ਆਰ ਦ ਕੌਨਸੀਕੁਐਂਸਿਸ ਆਫ ਅਬਨੋਰਮਲ ਪਾਵਰ। ਇੰਨੀ ਬੜੀ ਪਾਵਰ ਮਿਲ ਜਾਣ ਦਾ ਰਿਜ਼ਲਟ ਕੀ ਹੈ। ਬਿਫੋਰ ਦ ਵਾਰ ਇਟ ਲੁਕਡ ਐਜ਼ ਦੋ ਇਟ ਮਾਈਟ ਬੀ ਪੋਸੀਬਲ ਫॉर द फर्स्ट टाइम in history to provide food, shelter and clothing for the teeming population of the world। teeming ਹੁੰਦਾ ਵੱਧ ਰਹੀ, every man, woman and children। ਕਹਿੰਦੇ ਵਾਰ ਤੋਂ ਪਹਿਲਾਂ ਇੰਝ ਲੱਗਦਾ ਸੀ ਹਾਂ ਪੋਸੀਬਲ ਹੈ, ਹਰੇਕ ਚਾਹੇ ਕਿੰਨੀ ਵੀ ਪਾਪੂਲੇਸ਼ਨ ਵਧੀ ਹੁੰਦੀ ਹੈ ਅਸੀਂ ਫੂਡ, ਸ਼ੈਲਟਰ, ਕਲੋਥਿੰਗ ਸਭ ਕੁਝ ਦੇਵਾਂਗੇ ਹਰ ਇੱਕ ਪਰਸਨ ਨੂੰ। ਦਿਸ ਵੁੱਡ ਹੈਵ ਬਿਕਮ ਬੀਨ ਵਨ ਆਫ ਦ ਗ੍ਰੇਟੈਸਟ ਟ੍ਰਾਇੰਫਸ ਆਫ ਸਾਇੰਸ। ਪਹਿਲਾਂ ਤਾਂ ਇਹੀ ਸੋਚਿਆ ਜਾਂਦਾ ਹੈ ਕਿ ਸਾਇੰਸ ਦੀ ਸਭ ਤੋਂ ਵੱਡੀ ਜਿੱਤ ਇਹੀ ਹੈ ਕਿ ਹਰੇਕ ਨੂੰ ਇਹ ਤਿੰਨ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾ ਸਕਣ, ਫੂਡ, ਸ਼ੈਲਟਰ ਐਂਡ ਕਲੋਥਿੰਗ। ਐਂਡ ਯੈਟ ਮੈਨੀ ਅ ਟਾਈਮ ਸਪੈਸ਼ਲੀ ਡਿਊਰਿੰਗ ਦ ਵਾਰ we have seen the world crammed full of food and people hungry। ਪਰ ਜਦੋਂ ਯੁੱਧ ਹੋ ਜਾਂਦੇ ਆ ਉਦੋਂ ਅਸੀਂ ਦੇਖਦੇ ਹਾਂ ਕਿਵੇਂ ਲੋਕ ਭੁੱਖੇ ਮਰ ਰਹੇ ਆ। for that's the way of science and the machine age। science produces the goods, it makes the goods but has no control over the consequences। ਕਹਿੰਦੇ ਇਹੀ ਨੁਕਸਾਨ ਹੈ, ਸਾਇੰਸ ਕੰਮ ਕਰਦੀ ਹੈ, ਆਪਾਂ ਮਸ਼ੀਨਸ ਯੂਜ਼ ਕੀਤੀਆਂ, ਗੁੱਡਸ ਬਣਾਈਆਂ, ਪਰ ਰਿਜ਼ਲਟਸ 'ਤੇ ਆਪਣਾ ਕੋਈ ਕੰਟਰੋਲ ਨਹੀਂ। ਸਾਇੰਸ ਦੇ ਕਰਕੇ ਆਪਣੀਆਂ ਪਰਮਾਣੂ ਬੰਬ ਵੀ ਬਣੇ ਹੈ, ਵੈਪਨਸ ਵੀ ਬਣੇ ਹੈ, ਲੜਾਈਆਂ ਵੀ ਜ਼ਿਆਦਾ ਹੋਣ ਲੱਗ ਗਈਆਂ, ਠੀਕ ਹੈ। ਹਰੇਕ ਚੀਜ਼ ਦਾ ਪੋਜ਼ੀਟਿਵ ਵੀ ਹੁੰਦਾ ਹੈ, ਨੈਗੇਟਿਵ ਇਫੈਕਟ ਵੀ ਹੁੰਦਾ ਹੈ। ਦ ਮਸ਼ੀਨ ਏਜ ਗਿਵਸ ਅਸ ਈਅਰ ਬਾਈ ਈਅਰ ਮੋਰ ਆਵਰਸ ਆਫ ਲੈਜਰ। ਉਹੀ ਚੀਜ਼ ਜਿਹੜੀ ਚੀਜ਼ ਆਪਾਂ ਘੰਟਿਆਂ 'ਚ ਬਹੁਤ ਘੰਟਿਆਂ 'ਚ ਕਰਦੇ ਸੀ ਅੱਜ ਉਹ 1 ਘੰਟੇ ਜਾਂ ਕੁਝ ਮਿੰਟਾਂ 'ਚ ਕਰ ਲੈਂਦੇ ਹਾਂ। ਲੈਜਰ ਹੁੰਦਾ ਵਿਹਲਾ ਟਾਈਮ, ਆਪਣੇ ਕੋਲ ਬਹੁਤ ਸਾਰਾ ਸਮਾਂ ਬਚ ਜਾਂਦਾ ਹੈ। ਪਰ ਮਸ਼ੀਨ ਸਾਨੂੰ ਇਹ ਥੋੜ੍ਹੀ ਦੱਸਦੀ ਹੈ ਕਿ ਜਿਹੜਾ ਟਾਈਮ ਤੁਸੀਂ ਪਹਿਲਾਂ ਯੂਜ਼ ਕਰਦੇ ਸੀ ਉਹ ਹੁਣ ਵੇਸਟ ਹੋਣ ਲੱਗ ਗਿਆ, ਉਹ ਹੁਣ ਕਿੱਥੇ ਯੂਜ਼ ਕਰੋ, ਇਹ ਥੋੜ੍ਹੀ ਦੱਸਦੇ ਹੈ। ਅਤੇ ਉਹ ਕਿੱਥੇ ਯੂਜ਼ ਕਰਾਂਗੇ ਆਪਾਂ, ਉਹਨਾਂ ਹੀ ਟੈਕਨੋਲੋਜੀਜ਼ ਦੇ ਵਿੱਚ ਯੂਜ਼ ਕਰ ਰਹੇ ਆ ਬੱਚੇ। ਇਕੱਲੇ ਬੱਚੇ ਨਹੀਂ, ਵੱਡੇ ਵੀ ਯੂਜ਼ ਕਰ ਰਹੇ ਹੈ, ਫ਼ੋਨ ਚਲਾਉਣ ਲੱਗ ਜਾਂਦੇ ਆ, ਜਿਹਦਾ ਨੁਕਸਾਨ ਕੀ ਆ ਆਈਜ਼ 'ਤੇ, ਬ੍ਰੇਨ 'ਤੇ, ਮੈਮਰੀ 'ਤੇ, ਬਹੁਤ ਹੀ ਡਿਸਐਡਵਾਂਟੇਜਿਸ ਇਹਨਾਂ ਚੀਜ਼ਾਂ ਦੀਆਂ। ਕਹਿੰਦੇ ਇਟ ਗਿਵਸ ਦ ਮਕੈਨੀਕਲ ਹੈਬਿਟਸ ਆਫ ਮਾਈਂਡ, represses the spirit of adventure except along machine made lines। we will need all our creative powers to think our way out of the social problems which science has created for us। ਸਾਇੰਸ ਨੇ ਸਾਡੇ ਲਈ ਪ੍ਰੋਬਲਮਸ ਵੀ ਕ੍ਰੀਏਟ ਕਰ ਦਿੱਤੀਆਂ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੀਆਂ ਹੈਬਿਟਸ ਚੇਂਜ ਹੋ ਗਈਆਂ। ਪਹਿਲਾਂ ਬੱਚੇ ਖੇਡਦੇ ਸੀ, ਕੁੱਦਦੇ ਸੀ, ਉਹਨਾਂ ਦੀ ਐਨਰਜੀ ਚੈਨਲਾਈਜ਼ ਹੋ ਜਾਂਦੀ ਸੀ। ਅੱਜ ਖੇਡਣ ਕੁੱਦਣ ਦੀ ਬਜਾਏ ਫੋਨ 'ਤੇ ਖੇਡਦੇ ਕੁੱਦਦੇ ਪਏ ਹੈ, ਉੱਥੇ ਹੀ ਗੇਮਸ ਖੇਡ ਰਹੇ ਹੈ, ਉਹਨਾਂ ਦੀ ਐਨਰਜੀ ਲੱਗਦੀ ਨਹੀਂ, ਜਿਹਦੇ ਕਰਕੇ ਓਬੀਸਿਟੀ ਆਉਂਦੀ ਹੈ, ਮੋਟਾਪਾ ਵੀ ਆ ਰਿਹਾ, ਛੋਟੇ ਬੱਚਿਆਂ ਦੇ ਵਿੱਚ ਹੀ ਮੋਟਾਪਾ ਆ ਰਿਹਾ, ਬਹੁਤ ਹੀ ਜਲਦੀ ਐਨਕਾਂ ਲੱਗਣ ਸ਼ੁਰੂ ਹੋ ਗਈਆਂ। ਅੱਛਾ ਪਹਿਲਾਂ ਬੱਚੇ ਕਹਿੰਦੇ ਨਹੀਂ ਸੀ ਅਸੀਂ ਬੋਰ ਹੋ ਰਹੇ ਹਾਂ, ਹੁਣ ਕਹਿ ਰਹੇ ਮੈਂ ਮਿੰਟ 'ਚ ਬੋਰ ਹੋ ਜਾਣਾ, ਮੈਂ ਬੋਰ ਹੋ ਰਹੀ ਹਾਂ, ਮੈਂ ਬੋਰ ਹੋ ਰਿਹਾ। ਇਹ ਸਾਰੀ ਚੀਜ਼ਾਂ ਕੀ ਹੈ, ਇਹ ਨੁਕਸਾਨ ਹੈ ਸਾਇੰਸ ਦੇ। ਇਟ ਇਜ਼ ਸਾਇੰਸ ਦੈਟ ਹੈਜ਼ ਗਿਵਨ ਅਸ ਅਨਐਕਸਪੈਕਟਡ ਰੀਡਿਸਟ੍ਰੀਬਿਊਸ਼ਨ ਆਫ ਏਜ ਗਰੁੱਪਸ ਆਲਮੋਸਟ ਐਵਰੀ ਈਅਰ। some modern drug adds a little more to the average span of life until the upper growth is overcrowded। देखो ਜਿਹੜੀ ਸਾਇੰਸ ਹੈ ਉਹ ਇਹ ਜਿਹੇ ਡਰੱਗਸ ਦਾ ਮਤਲਬ ਇੱਥੇ ਮੈਡੀਸਿਨਸ ਤੋਂ ਹੈ, ਦੂਸਰੇ ਡਰੱਗਸ ਨਹੀਂ।
ਉਹਨੇ ਮੈਡੀਸਿਨਸ ਨੂੰ ਵੀ ਬਹੁਤ ਵਧਾਇਆ ਹੈ, ਜਿਹਦੇ ਕਰਕੇ ਕੀ ਹੁੰਦੇ ਆ, ਲੋਕ ਮਰਦੇ ਨਹੀਂ। ਜੇ ਮਰਨ ਲੱਗੇ ਹੋਣ ਫਟਾਫਟ ਬਚਾ ਲਿਆ ਜਾਂਦਾ ਹੈ, ਠੀਕ ਹੈ। ਜਿਹਦੇ ਨਾਲ ਕੀ ਹੋਊਗਾ, ਅਪਰ ਏਜ ਦੇ ਲੋਕ ਬਹੁਤ ਵੱਧ ਚੁੱਕੇ, ਠੀਕ ਹੈ। ਜਿਹਦੇ ਨਾਲ ਉਹ ਹੈ ਕਿ ਕਰਾਊਡ ਹੀ ਕਰ ਰਿਹਾ ਉਹ, ਕਿਉਂਕਿ ਉਹ ਕਮਾ ਰਹੇ ਨਹੀਂ, ਬੋਝ ਬਣੇ ਹੋਏ ਹੈ। ਕਹਿਣ ਦੀ ਗੱਲ ਹੈ, ਚੈਪਟਰ 'ਚ ਲਿਖਿਆ, ਇਹ ਕੋਈ ਮੌਲਿਕ ਵਾਲੀ ਗੱਲ ਨਹੀਂ ਮੈਂ ਕਹਿ ਰਹੀ ਕਿ ਬੋਝ ਬਣੇ ਹੋਏ ਹੈ। ਮਤਲਬ ਇਹ ਹੈ ਕਿ ਆਪਾਂ ਜੇ ਇਕੋਨਮੀ ਵਾਈਜ਼ ਦੇਖੀਏ ਤਾਂ ਉਹ ਕਿਸੇ ਚੀਜ਼ ਦੇ ਵਿੱਚ ਹੈਲਪ ਨਹੀਂ ਕਰ ਰਹੇ, ਬਟ ਉਹ ਇੱਕ ਬਰਡਨ ਹੈ। ਦੈਨ in the United States for instance there are already 9 million people over the age of 60, देखो 60 तो ऊपर 9 million लोग हैं। This talk was delivered around 1950s. In the 50 years time this number will reach the astonishing figure of 45 million। ਜਿਹੜੇ ਕਿ ਉਹਨਾਂ ਨੇ ਕਿਹਾ ਸੀ ਕਿ 9 ਮਿਲੀਅਨ ਹੈ, ਹੁਣ ਅੱਜ ਉਹ 45 ਮਿਲੀਅਨ ਹੋ ਚੁੱਕੇ। ਕਹਿੰਦੇ ਇਹਨਾਂ ਨੂੰ ਕਿੱਥੇ ਐਡਜਸਟ ਕਰੀਏ, ਇਹਨਾਂ ਨੂੰ ਕਿੱਥੇ ਰੱਖੀਏ, ਇਹਨਾਂ ਨਾਲ ਕਿਵੇਂ ਕਰੀਏ। ਕਹਿੰਦੇ ਸੋ ਸਾਇੰਸ ਗੋਜ਼ ਔਨ ਰੇਜ਼ਿੰਗ ਇਟਸ ਪ੍ਰੋਬਲਮ। ਸਾਇੰਸ ਪ੍ਰੋਬਲਮਸ ਵੀ ਬਥੇਰੀਆਂ ਦਈ ਜਾਂਦੀ ਹੈ। ਅੱਗੇ ਕੁਐਸਚਨ ਜਿਹੜਾ ਆਪਾਂ ਗੱਲ ਕਰ ਰਹੇ ਸੀ ਕਿ ਵਟ ਇਜ਼ ਲਾਈਫ, ਕਹਿੰਦੇ ਇਹ ਪ੍ਰੋਬਲਮਸ ਹੈ ਜਿਹੜੀਆਂ ਇਹ ਘੱਟ ਇੰਪੋਰਟੈਂਟ ਲੱਗਦੀਆਂ ਜਦੋਂ ਆਪਾਂ ਇਹ ਸੋਚ ਲਈਏ ਲਾਈਫ ਕੀ ਹੈ। ਵਟ ਇਜ਼ ਹੈਪਨਿੰਗ ਇਜ਼ ਦੈਟ ਸਾਇੰਸ ਇਜ਼ ਕ੍ਰੀਏਟਿੰਗ ਪ੍ਰੋਬਲਮਸ ਫਾਸਟਰ ਦੈਨ ਦੇ ਕੈਨ ਬੀ ਸੋਲਵਡ। ਇੰਨੀ ਜਲਦੀ ਸੋਲਵ ਨਹੀਂ ਹੋ ਰਹੀਆਂ ਜਿੰਨੀਆਂ ਪ੍ਰੋਬਲਮ ਜ਼ਿਆਦਾ ਜਲਦੀ ਬਣੀ ਜਾਂਦੀਆਂ। ਲੋਕ ਸਟਰਗਲ ਕਰ ਰਹੇ ਹੈ, ਕੈਚ ਕਰਨ ਦੀ ਕੋਸ਼ਿਸ਼ ਕਰ ਰਹੇ ਹੈ, ਤਾਂ ਹੀ ਉਹ ਤਾਂ ਕਹਿੰਦੇ ਨਾ ਰੈਟ ਰੇਸ ਹੈ। ਹੋਰ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹੈ, ਕਮਾਉਣ ਦੀ ਤਾਂ ਕੋਸ਼ਿਸ਼ ਕਰ ਰਹੇ ਹੈ, ਮਹਿੰਗਾਈ ਵੱਧ ਰਹੀ ਹੈ, ਚੀਜ਼ਾਂ ਵੱਧ ਰਹੀਆਂ, ਆਹ ਵੀ ਲੈਣਾ ਜੀ, ਉਹ ਵੀ ਲੈਣਾ ਜੀ। ਉਹ ਮਿਲੂਗਾ ਹੀ ਉਦੋਂ ਜਦੋਂ ਆਪਣੇ ਕੋਲ ਪੈਸੇ ਹੋਣਗੇ। ਐਂਡ ਦੇਅਰ ਆਰ ਨੋ ਸਾਇੰਸ ਦੈਟ ਦ ਗਲਟ ਆਫ ਡਿਸਕਵਰੀਜ਼ ਇਜ਼ ਕਮਿੰਗ ਟੂ ਐਨ ਐਂਡ। ਕੋਈ ਟਾਈਮ ਨਹੀਂ ਹੋ ਸਕਦਾ, ਕੋਈ ਇਹੋ ਜਿਹਾ ਸਾਈਨ ਨਹੀਂ ਕਿ ਡਿਸਕਵਰੀ ਹੋਰ ਹੋਣ ਨਾ। ਡਿਸਕਵਰੀਜ਼ ਵਧਣਗੀਆਂ। ਵਾਰ ਇਜ਼ ਦ ਵਰਸਟ ਐਗਜ਼ਾਮਪਲ। ਵਾਰ ਸਭ ਤੋਂ ਮਾੜੀ ਐਗਜ਼ਾਮਪਲ ਹੈ ਸਾਇੰਸ ਨੇ ਜਿਹਨੂੰ ਅੱਗੇ ਲੈ ਆਂਦਾ, ਜਿਹਦੇ ਕਰਕੇ ਲੜਾਈਆਂ ਹੋਈਆਂ, ਜਿਹਦੇ ਕਰਕੇ ਮਾਰ ਹੁੰਦੀ ਹੈ, ਲੋਕ ਮਰਦੇ ਹੈ, ਸਾਰੇ ਰਿਸੋਰਸਿਸ ਵੀ ਖਤਮ ਹੋ ਜਾਂਦੇ ਹੈ। It makes one sometimes ask what is science really after, what are its aims, what are its goals। ਕਹਿੰਦੇ ਉਦੋਂ ਆਪਣੇ ਮਨ 'ਚ ਇਹ ਕੁਐਸਚਨ ਆਉਂਦੇ ਕਿ ਸਾਇੰਸ ਕੀ ਕਰ ਰਹੀ ਹੈ, ਉਹਦੇ ਏਮਸ ਕੀ ਹੈ, ਉਹਦੇ ਗੋਲਸ ਕੀ ਹੈ। The other aim is the understanding of all the mysteries that lie within the human body। ਇਹ ਗੱਲ ਬਿਲਕੁਲ ਠੀਕ ਹੈ। ਆਪਣੀ ਬੋਡੀ ਦੇ ਵਿੱਚ ਜੋ ਕੁਝ ਚੱਲ ਰਿਹਾ ਸਾਇੰਸ ਨੇ ਹੀ ਆਪਾਂ ਨੂੰ ਦੱਸਿਆ। ਜੋ ਵੀ ਕਨਫੀਗਰੇਸ਼ਨਸ ਹੈ, ਜੋ ਵੀ ਆਪਣੀ ਬੋਡੀ 'ਚ ਹੋ ਰਿਹਾ ਹੈ, ਇਹ ਆਪਾਂ ਨੂੰ ਸਾਇੰਸ ਹੀ ਦੱਸਦੀ ਹੈ। The material mysteries, the innumerable chemical, innumerable ਹੁੰਦਾ ਬਹੁਤ ਸਾਰੀਆਂ, chemical and physical actions that make the body work। ਮਤਲਬ ਜਿਨ੍ਹਾਂ ਕਾਰਨਾਂ ਦੇ ਕਰਕੇ ਬੋਡੀ ਸਾਡੀ ਕੰਮ ਕਰ ਰਹੀ ਹੈ, ਸਭ ਕੁਝ ਸਾਨੂੰ ਸਾਇੰਸ ਦੱਸਦੀ ਹੈ। ਇਫ ਦੀਜ਼ ਆਰ ਅਪੈਰੈਂਟ ਹੁੰਦਾ ਹੈ ਕਲੀਅਰ, ਜੇ ਇਹੀ ਏਮ ਹੈ ਸਾਇੰਸ ਦੇ, ਤੇ ਫਿਰ ਸ਼ੋਰਲੀ ਦੇ ਕੈਨੋਟ ਰਿਪਰੈਜ਼ੈਂਟ ਦਾ ਅਲਟੀਮੇਟ ਗੋਲ। ਪਰ ਫਿਰ ਉਹਦਾ ਸਹੀ ਏਮ ਇਹ ਨਹੀਂ, ਇਹ ਸਿਰਫ ਮਟੀਰੀਅਲਿਸਟਿਕ ਚੀਜ਼ ਹੈ। ਅਲਟੀਮੇਟ ਏਮ ਕੀ ਹੋਣਾ ਚਾਹੀਦਾ ਹੈ? ਇਫ ਦੇਅਰ ਇਜ਼ ਸਚ ਅ ਥਿੰਗ ਮਸਟ ਬੀ ਦ ਅੰਡਰਸਟੈਂਡਿੰਗ ਆਫ ਐਵਰੀਥਿੰਗ that makes life worthwhile, the enrichment of all that life means, that goes beyond material things। मतलब लाइफ ਜਿਉਣ ਦਾ ਢੰਗ, ਲਾਈਫ ਕਿਵੇਂ ਜਿਉਈ ਜਾ ਸਕਦੀ ਹੈ, ਲਾਈਫ ਨੂੰ ਸਮਝਣਾ, ਫੂਡ ਸ਼ੈਲਟਰ ਕਲੋਥਿੰਗ ਨਾਲੋਂ ਬਹੁਤ ਉੱਤੇ ਹੈ ਇਹ ਚੀਜ਼ਾਂ, ਠੀਕ ਹੈ, ਜੋ ਸਾਇੰਸ ਸਾਨੂੰ ਦੇਣੀ ਚਾਹੀਦੀ ਹੈ। ਬਟ ਸਾਇੰਸ ਸਾਨੂੰ ਉਹ ਚੀਜ਼ ਨਹੀਂ ਸਮਝਾ ਰਹੀ, ਤਾਂ ਉਹ ਆਪਣੇ ਆਪ 'ਚ ਪੂਰੀ ਨਹੀਂ ਹੈ। what is really needed in the world today, ਇਹ ਆਊਗਾ ਆਪਾਂ ਨੂੰ, perhaps more than ever before, is not some new world shattering discovery in nuclear physics or some breathtaking discovery in chemistry or medicine। ਇਹ ਚੀਜ਼ਾਂ ਨਹੀਂ ਗੀਆਂ ਜਿਹੜੀਆਂ ਆਪਾਂ ਨੂੰ ਅਲਟੀਮੇਟ ਗੋਲ ਹੈ। ਜਿਵੇਂ ਜੇ ਆਪਾਂ ਅਧਿਆਤਮ 'ਚੋਂ ਦੇਖਣਾ ਚਾਹੀਏ ਤਾਂ ਆਪਾਂ ਕਹਿੰਦੇ ਕਿ ਅਲਟੀਮੇਟ ਗੋਲ ਕੀ ਹੈ, ਸੈਲਵੇਸ਼ਨ ਪ੍ਰਾਪਤ ਕਰਨਾ, ਪਰ ਉਹ ਸਾਇੰਸ ਨਹੀਂ ਬਿਲੀਵ ਕਰਦੀ ਉਸ ਚੀਜ਼ 'ਚ। The advance for which the world is waiting beyond any doubt is a small advance, slight advance in charity। ਆਹ ਲਾਈਨ ਇੰਪੋਰਟੈਂਟ ਹੈ ਕਿ ਲੋਕਾਂ ਦੇ ਮਨ ਵਿੱਚ ਦਇਆ ਭਾਵਨਾ ਆਉਣੀ, ਕਿਸੇ ਚੀਜ਼ ਨੂੰ ਦੇਣ ਦੀ ਇੱਛਾ ਹੋਣੀ, ਦੂਜੇ ਨੂੰ ਸਮਝਣਾ, ਜੇ ਕਿਸੇ ਨੇ ਕੁਝ ਕਹਿਤਾ ਤਾਂ ਉਸ ਨੂੰ ਬਰਦਾਸ਼ਤ ਕਰਨਾ, ਟੋਲਰੇਟ ਕਰਨਾ, ਫੋਰਬੀਅਰ ਕਰਨਾ, ਫਿਰ ਉਹ ਤੋਂ ਬਾਅਦ ਜਸਟਿਸ, ਨਿਆਂ ਲਿਆਣਾ, ਮਰਸੀ, ਦਇਆ ਕਰਨੀ, ਠੀਕ ਹੈ। ਦਇਆ ਮਰਸੀ ਵੀ ਦਇਆ ਹੀ ਹੁੰਦੀ ਹੈ। ਇਹ ਸਾਰੀ ਚੀਜ਼ਾਂ ਇੰਪੋਰਟੈਂਟ ਹੈ ਜੋ ਇਨਸਾਨ ਦੇ ਵਿੱਚ ਹੋਣੀਆਂ ਚਾਹੀਦੀਆਂ। ਦਿਸ ਇਜ਼ what the world is waiting for and waiting rather anxiously। ਅੱਜ ਲੋਕ ਇਸ ਚੀਜ਼ ਦੀ ਵੇਟ ਕਰ ਰਹੇ ਹੈ ਤੇ ਬਹੁਤ ਤੀਬਰਤਾ ਦੇ ਨਾਲ ਵੇਟ ਕਰ ਰਹੇ ਹੈ। but charity and tolerance and forbearance and understanding of one another are non-material matters, and in non-material things, in the simplest social things, science has been helpless।
इट कैनॉट ईवन हैल्प अस टू डिस्टिंग्विश बिटवीन गुड फ्रॉम ईवल। कहते साइंस इस चीज़ मात खा चुकी है छोटी छोटी समाजिक चीज़ों के विच। साइंस सानू ये नहीं दसदी चंगा की है माड़ा की है। मे बी दिस विल नॉट ऑलवेज बी सो, हू नोज। कहते हो सकता अगे जाके सानू दस दे, की पता लगता है। इट इज़ क्वाइट प्रोबेबल दैट सम डे साइंस विल इफेक्ट एन इंप्रूवमेंट इन द ह्यूमन ब्रेन इटसेल्फ। हो सकता साइंस साडे दिमाग दे विच भी कोई चेंजिस ले आवे, नॉट अ स्ट्रक्चरल इंप्रूवमेंट। बनतर दे विच कोई इंप्रूवमेंट नहीं आऊगी, बस एक जादू ही होगा। की जादू कि असी किसी नूं समझन लग जाइए। बट देयर माइट विल बी फंक्शनल इंप्रूवमेंट, मतलब साडा दिमाग फंक्शन अलग तरीके नाल करन लग जे हो सकता है। द एडवांसिस इन साइंस माइट वन डे वैल इंक्रीज द कैपेसिटी एंड रीजनिंग पावर ऑफ ह्यूमन ब्रेन। बिल्कुल ठीक, जिवें कहंदे हैं ना आपां ब्रेन का आप बहुत थोड़ा हिस्सा यूज़ करते हैं। हो सकता साइंस की कोई एजी टेक्निक्स आ जाए आप ब्रेन का थोड़ा ज़्यादा हिस्सा यूज़ करन लग जाइए, जिहदे नाल सिंपैथेटिक, एंपैथी, टॉलरेंस, चैरिटी, परजर्वरेंस, ये सारी चीज़ां अपने ग्रो हो जान, आ जान आपे। आई शुड से देयर इज़ लिटिल डाउट that man will one day improve on the natural man, raise his intellect, give his greater power of reasoning and understanding. He might have sufficient reason and understanding to abolish war. Whether that will be so, whether and when he will have a better understanding of his fellow men, and that remains to be seen. It brings us back to the question, where is science taking us? कहते थोड़ा डाउट है मैनू इस चीज़ दे विच कि बंदा इंप्रूव करूगा कि नहीं, साइंस ये चीज़ इंप्रूव कर सकती है कि नहीं, ये चीज़ का डाउट ही है, ये अगे जाके पता लगूगा। पर फिर असी उस क्वेश्चन पर आने हैं कि साइंस साडे लिए की कर रही है। डिस्पाइट द प्रेजेंट vicissitudes, we are going somewhere. They are troublesome time ahead, but those who fear for the future are craven in spirit. कहते माड़े टाइम भी आएंगे, पर जे आप फ्यूचर का सोचन लग जाइए फिर तो आप बहुत ही माड़ा टाइम आप ही ले आने, प्रेजेंट भी खराब कर लेने हैं। फिर आप कावड़ महसूस करते हैं, डरिया होया महसूस करते हैं, वीक महसूस करते हैं। ये सोच के चलो देखी जाऊगी, फिर कुछ भी नहीं होंदा। फॉर लाइफ इज़ बिकमिंग मोर एंड मोर इंटरस्टिंग, इंट्रीगिंग एंड एक्साइटिंग। ये सोचना चाहिए लाइफ इंटरस्टिंग है, लाइफ वधिया है, लाइफ च अप्स एंड डाउनस भी आते हैं, स्ट्रगल भी आती है। पर जो माड़ा टाइम नहीं रहिंदा चंगा भी नहीं रहिंदा, या चंगा भी नहीं रहिंदा तो फिर माड़ा भी नहीं रहिंदा। आई विश आई हैड अनदर 100 ईयर्स। तो ये लाइफ इन्नी ज़्यादा गुंझलदार है, मैनू लगता है कि मैनू होर 100 साल मैं जिऊवां इस जिंदगी दे विच ते देखा। ये सी तुहाडा चैप्टर बेटे, वेयर इज साइंस टेकिंग अस। ये क्वेश्चन आंसर्स की वीडियो मैं पहला तुहानू पा चुकी हैं। सो आई होप इट इज़ क्लीयर टू ऑल ऑफ यू। थैंक यू बेटा।